ਪ੍ਰਧਾਨਗੀ ਮੰਡਲ ਦੇ ਵਿੱਚ ਬੈਠੇ ਸਤਿਕਾਰਯੋਗ ਉੱਘੇ ਵਿਦਵਾਨ, ਸਤਿਕਾਰਯੋਗ ਸੰਤ ਬਾਬਾ ਅਮੀਰ ਸਿੰਘ ਜੀ, ਮੇਰੇ ਅਧਿਆਪਕ ਸਾਥੀਓ ਅਤੇ ਵਿਦਿਆਰਥੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਅੱਜ ਦਾ ਵਿਸ਼ਾ ਹੈ ਗੁਰਮਤਿ ਸੰਗੀਤ ਦਾ ਸਿਧਾਂਤਿਕ ਵਿਕਾਸ ਅਕਾਦਮਿਕਤਾ ਦੇ ਖੇਤਰ ਦੇ ਵਿੱਚ। ਇਸ ਦੇ ਬਾਰੇ ਮੈਂ ਥੋੜ੍ਹੀਆਂ ਜਿਹੀਆਂ ਗੱਲਾਂ ਇਹ ਕਹਿਣਾ ਚਾਹਾਂਗੀ ਕਿ ਗੁਰਮਤਿ ਸੰਗੀਤ ਦਾ ਸਿਧਾਂਤ, ਕਿ ਗੁਰਮਤਿ ਸੰਗੀਤ ਦਾ ਕੀ ਸਿਧਾਂਤ ਹੈ, ਸੰਗੀਤ ਦਾ ਕੀ ਸਿਧਾਂਤ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਸੰਗੀਤ ਦਾ ਵਿਧਾਨ ਹੈ ਉਸ ਦੇ ਬਾਰੇ ਬਾਅਦ ਅਸੀਂ ਚਰਚਾ ਕਰਾਂਗੇ। ਉਸ ਤੋਂ ਪਹਿਲਾਂ ਗੁਰਮਤਿ ਸੰਗੀਤ ਤੋਂ ਪਹਿਲਾਂ ਅਸੀਂ 2 ਮਿੰਟ ਉਸ ਦਾ ਵਿਚਾਰ ਕਰਾਂਗੇ ਕਿ ਉਹ ਪਹਿਲਾਂ ਕੀ ਸੀ ਸਾਡੇ ਵਿਚਕਾਰ। ਗੁਰਮਤਿ ਸੰਗੀਤ ਦੇ ਸਿਧਾਂਤਿਕ ਵਿਕਾਸ ਪੂਰਵ ਸਿੱਖ ਧਰਮ ਦੇ ਵਿੱਚ, ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਗੁਰਮਤਿ ਸੰਗੀਤ ਦਾ ਆਗਾਜ਼ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਮਰਦਾਨੇ ਦੀ ਰਬਾਬ ਦੀ ਝੁਨਕਾਰ ਨਾਲ ਹੋਇਆ, ਜਿਸ ਨਾਲ ਸ਼ਬਦ ਕੀਰਤਨ ਸਰੂਪਤ ਹੋਇਆ, ਜਿਸ ਦਾ ਅਨੁਕਰਨ ਬਾਕੀ ਦੇ ਸਾਰੇ ਗੁਰੂ ਸਾਹਿਬਾਨਾਂ ਦੁਆਰਾ ਹੋਇਆ, ਜਿਸ ਵਿੱਚ ਸ਼ਬਦ ਗੁਰੂ ਸਿਧਾਂਤ ਨੂੰ ਦ੍ਰਿੜ ਕਰਵਾਇਆ ਗਿਆ। ਇਸ ਦੇ ਨਾਲ ਹੀ ਰਾਗ ਸਿਧਾਂਤ ਨੂੰ ਵੀ ਅਪਣਾਇਆ ਗਿਆ। ਸਿੱਖ ਧਰਮ ਦੇ ਸਾਰੇ ਹੀ ਸੰਕਲਪ ਨੂੰ ਭਾਸ਼ਾਈ, ਕਾਵਿਕ ਅਤੇ ਸੰਗੀਤ ਜੁਗਤਾਂ ਦੁਆਰਾ ਸੰਚਾਰਿਤ ਕੀਤਾ ਗਿਆ। ਸਿੱਖਾਂ ਦੇ ਗੁਰੂ ਸਾਹਿਬਾਨ ਦੀ ਬਾਣੀ ਦੇ ਸੰਕਲਨ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ, ਜੋ ਕਿ ਸ਼ਬਦ ਗੁਰੂ ਵਜੋਂ ਸਿੱਖ ਧਰਮ ਦੀ ਪ੍ਰਤੀਨਿਧਤਾ ਕਰ ਰਹੇ ਹਨ। ਸ਼ਬਦ ਕੀਰਤਨ ਦਾ ਸਿਧਾਂਤਿਕ ਆਧਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਅਤੇ ਗੁਰੂ ਸਾਹਿਬਾਨਾਂ ਵੱਲੋਂ ਦਿੱਤੇ ਹੋਏ ਸਿਧਾਂਤ ਅਨੁਸਾਰ ਬਾਣੀ ਦਾ ਗਾਇਨ ਹੀ ਸ਼ਬਦ ਕੀਰਤਨ ਦਾ ਵਿਵਹਾਰਿਕ ਸਰੂਪ ਹੈ, ਜਿਸ ਨੂੰ ਕੀਰਤਨ, ਸ਼ਬਦ ਕੀਰਤਨ ਆਦਿ ਨਾਵਾਂ ਨਾਲ ਜਾਣਿਆ ਗਿਆ ਹੈ, ਜੋ ਕਿ ਗੁਰੂ ਕਾਲ ਵਿੱਚ ਹੀ ਵਿਕਸਤ ਗੁਰੂ ਘਰ ਦੇ ਕੀਰਤਨੀਏ, ਰਾਗੀ, ਰਬਾਬੀਏ ਦੁਆਰਾ ਵਿਕਸਤ ਹੁੰਦਾ ਗਿਆ, ਜਿਸ ਦੇ ਸਿੱਟੇ ਵਜੋਂ ਸੀਨਾ ਬਸੀਨਾ ਇਹ ਪਰੰਪਰਾ ਸਾਡੇ ਤੱਕ ਪਹੁੰਚੀ ਹੈ। ਉਸ ਸਮੇਂ ਸ਼ਬਦ ਕੀਰਤਨ ਦੇ ਵਿਵਹਾਰਿਕ ਸਰੋਤ ਰਬਾਬੀ ਕੀਰਤਨਕਾਰਾਂ ਦੇ ਵੰਸ਼ਜ ਸਨ, ਜਿਸ ਨਾਲ ਕੀਰਤਨ ਦੇ ਵੀ ਕਈ ਰੂਪ ਪ੍ਰਤੱਖ ਹੋਏ। ਜਿਸ ਤਰ੍ਹਾਂ ਰਾਗਾਤਮਕ ਕੀਰਤਨ ਤਾਂ ਸੀ, ਪਰ ਕਈ ਵਾਰੀ ਨਿਰਧਾਰਿਤ ਨਹੀਂ ਹੁੰਦਾ ਸੀ। ਰਬਾਬੀ ਸ਼ੈਲੀ ਦਾ ਕੀਰਤਨ ਦੇ ਵਿੱਚ ਪਰਮਾਨ ਪ੍ਰਧਾਨ ਸ਼ੈਲੀ ਦਾ ਕੀਰਤਨ, ਸ਼ਬਦ ਰੀਤਾਂ ਅਤੇ ਕਈ ਵਾਰੀ ਕਵਾਲੀ ਅੰਗ ਦਾ ਜੋ ਕੀਰਤਨ ਉਹ ਵੀ ਪ੍ਰਧਾਨ ਸੀ। ਸ਼ਬਦ ਕੀਰਤਨ ਵਿੱਚ ਜੇ ਅਸੀਂ ਸ਼ਬਦ ਦੇ ਸੰਗੀਤ ਵਿਧਾਨ ਦੀ ਗੱਲ ਕਰੀਏ ਤਾਂ ਉਸ ਵਿੱਚ ਗੁਰਮਤਿ ਸੰਗੀਤ ਦੇ ਸਿਧਾਂਤ ਰਹਾਉ ਦੀ ਗੱਲ ਕਰੀਏ ਤਾਂ ਅਸੀਂ ਸਾਰੇ ਹੀ, ਜਿਵੇਂ ਕਿ ਡਾਕਟਰ ਕਮਲਜੀਤ ਸਿੰਘ ਜੀ ਨੇ ਦੱਸਿਆ ਸੀ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਬੜੇ ਹੀ ਐਲੈਬੋਰੇਟ ਵਿੱਚ ਦੱਸਿਆ ਸੀ, ਆਦਿ ਸ਼ਬਦ ਅਸੀਂ ਸਰਵਨ ਕਰਦੇ ਰਹੇ ਹਾਂ, ਜੋ ਕਿ ਰਹਾਉ ਦੀ ਤੁਕ 'ਤੇ ਬੇਸਡ ਨਹੀਂ ਹੈ। ਅਤੇ ਜੇ ਗਾਇਨ ਸ਼ੈਲੀਆਂ ਵਜੋਂ ਦੇਖੀਏ ਤਾਂ ਮੈਂ ਬੰਜਾਰਨ ਰਾਮ ਕੀ, ਤੇਰਾ ਨਾਮ ਵਖਰ ਵਾਪਾਰ ਜੀ ਸ਼ਬਦ ਪੜਤਾਲ ਸ਼ੈਲੀ ਦੇ ਵਿੱਚ ਅਸੀਂ ਸੁਣਦੇ ਆ ਰਹੇ ਹਾਂ। ਗੁਲਦਸਤਾ, ਧਮਾਰ, ਤਰਾਨਾ, ਕਵਾਲੀ ਅੰਗ ਤੋਂ ਕੀਰਤਨ ਹੁੰਦਾ ਰਿਹਾ ਹੈ। ਕਹਿਣ ਦਾ ਭਾਵ ਇਹ ਹੈ ਕਿ ਗੁਰੂ ਦੁਆਰਾ ਵਰਸਾਈ ਹੋਈ ਬਾਣੀ ਦਾ ਗਾਇਨ ਗੁਰੂ ਘਰ ਦੇ ਕੀਰਤਨੀਆਂ ਨੇ ਆਪੋ ਆਪਣੀ ਬਾਣੀ ਅਤੇ ਸੰਗੀਤ ਪ੍ਰਤੀ ਸੂਝ ਅਤੇ ਸਮਰੱਥਾ ਅਨੁਸਾਰ ਕੀਤਾ। ਸਮੇਂ ਦੇ ਬਦਲਦੇ ਪ੍ਰਭਾਵਾਂ ਦੇ ਨਾਲ ਗੁਰੂ ਘਰ ਦੀ ਕੀਰਤਨ ਪ੍ਰਣਾਲੀਆਂ 'ਤੇ ਅਸਰ ਪਿਆ। ਇੱਕ ਜਿਗਿਆਸੂ ਨੇ ਪਰਮ ਸੱਤ ਦਾ ਸੰਦੇਸ਼ ਗੁਰੂ ਘਰ ਵਿੱਚੋਂ ਪ੍ਰਾਪਤ ਕਰਨਾ ਹੁੰਦਾ ਹੈ, ਪਰੰਤੂ ਜਦੋਂ ਸ਼ਬਦ ਕੀਰਤਨ ਦੇ ਵਿੱਚੋਂ ਗੁਰੂ ਘਰ ਦੇ ਸਾਜ਼, ਰਾਗ, ਗਾਇਨ ਸ਼ੈਲੀਆਂ ਆਦਿ ਅਲੋਪ ਹੋ ਕੇ ਕੀਰਤਨ ਦਾ ਪੱਧਰ ਤਰਜ ਪ੍ਰਦਾਨ ਹੋਣ ਲੱਗਾ ਤਾਂ ਇਸ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ। ਇਸ ਲੋਹ ਵਿੱਚ ਗਿਆਨੀ ਗਿਆਨ ਸਿੰਘ ਐਪਟਾਬਾਦ, ਪ੍ਰੋਫੈਸਰ ਤਾਰਾ ਸਿੰਘ, ਭਾਈ ਅਵਤਾਰ ਸਿੰਘ ਗੁਰਚਰਨ ਸਿੰਘ, ਪ੍ਰਿੰਸੀਪਲ ਦਿਆਤ ਸਿੰਘ, ਸੰਤ ਸਰਵਨ ਸਿੰਘ ਗੰਦਰ ਆਦਿ ਤੋਂ ਇਲਾਵਾ ਗੁਰਮਤਿ ਪਰ ਹੁਣ ਤੱਕ ਮਿਲੀ ਖੋਜ ਆਦਿ ਪ੍ਰਕਾਸ਼ਿਤ ਕੰਮ ਸਾਡੇ ਸਾਹਮਣੇ ਆਏ। ਸਿੱਟੇ ਵਜੋਂ ਇਨ੍ਹਾਂ ਹੀ ਉਪਰਾਲਿਆਂ ਦੇ ਸਦਕੇ 1991 ਦੇ ਵਿੱਚ ਪਹਿਲੀ ਵਾਰੀ, ਜਿਵੇਂ ਕਿ ਇੱਕ ਇਤਿਹਾਸਿਕ ਕਾਰਜ ਬਣ ਚੁੱਕਾ ਹੈ ਕਿ 1991 ਦੇ ਵਿੱਚ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੇ ਸੰਗੀਤ ਵਿਧਾਨ ਦੀ ਗੱਲ ਹੋਈ ਹੈ ਤਾਂ ਜਵੱਦੀ ਟਕਸਾਲ ਲੁਧਿਆਣਾ ਵਿਖੇ ਸੰਤ ਬਾਬਾ ਸੁੱਚਾ ਸਿੰਘ ਜੀ ਦੀ ਅਗਵਾਈ ਵਿੱਚ ਹੋਈ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਹੈ ਇਤਿਹਾਸਿਕ ਕਾਰਜ ਇਹ ਹੋਇਆ ਕਿ ਉਸ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿੰਨੇ ਹੀ ਰਾਗ ਨੇ ਉਹ ਸੰਗੀਤਕਾਰਾਂ ਅਤੇ ਜਿਹੜੇ ਸਾਡੇ ਟਕਸਾਲੀ ਕੀਰਤਨਕਾਰਾਂ ਸੀ ਉਹਨਾਂ ਦੀ ਕਮੇਟੀ ਦੇ ਨਾਲ, ਜਿਹੜੀ ਕਿ ਪੰਡਤ ਦਲੀਪ ਚੰਦਰ ਬੇਦੀ ਜੀ ਦੀ ਅਗਵਾਈ ਵਿੱਚ ਸੀ, ਤਾਂ ਇਹ ਸਾਰੇ ਜਿਹੜੇ ਰਾਗ ਹੈ 31 ਮੁੱਖ ਰਾਗ ਅਤੇ 31 ਰਾਗ ਪ੍ਰਕਾਰ ਫਾਈਨਲ ਹੋਏ, ਉਹਨਾਂ ਦੇ ਸਰੂਪ ਫਾਈਨਲ ਹੋਏ ਅਤੇ ਸਿੱਖ ਸੰਗਤ ਦੀ ਝੋਲੀ ਦੇ ਵਿੱਚ ਪਏ। ਕਹਿਣ ਦਾ ਭਾਵ ਇਹ ਹੈ ਕਿ ਉਹਨਾਂ ਰਾਗਾਂ ਦੇ ਸਰੂਪਾਂ ਨੂੰ ਸਟੈਂਡਰਡਾਈਜ਼ ਕਰਕੇ ਸਾਨੂੰ ਦਿੱਤੇ ਅਤੇ 1991 ਤੋਂ ਲੈ ਕੇ ਅੱਜ ਤੱਕ ਅਸੀਂ ਉਹੀ ਸਰੂਪਾਂ ਦੇ ਅਨੁਸਾਰ ਕੀਰਤਨ ਦੀ ਸਿੱਖਿਆ ਲੈ ਵੀ ਰਹੇ ਹਾਂ ਅਤੇ ਦੇ ਵੀ ਰਹੇ ਹਾਂ, ਜਿਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗੀਤ ਧਰਾਤਲ ਵੱਲ ਧਿਆਨ ਦਿੱਤਾ ਗਿਆ।
ਅਤੇ ਰਾਗ ਨਿਰਣਾਇਕ ਕਮੇਟੀ ਰਾਹੀਂ ਮੁੱਖ ਰਾਗ ਤੇ ਰਾਗ ਪ੍ਰਕਾਰਾਂ ਦੇ ਸਰੂਪ ਫਾਈਨਲ ਕੀਤੇ ਗਏ ਤੇ ਸਿੱਖ ਸੰਗਤ ਦੇ ਸਾਹਮਣੇ ਕੀਰਤਨ ਰੂਪ ਦੇ ਵਿੱਚ ਸਰਵਨ ਕਰਵਾਏ ਗਏ ਅਤੇ ਇਹ ਜੋ ਪਰੰਪਰਾ ਹੈ ਅੱਜ ਤੱਕ ਵੀ ਚੱਲੀ ਆ ਰਹੀ ਹੈ, ਜਿਸ ਦਾ ਸਾਨੂੰ ਬਹੁਤ ਮਾਣ ਹੈ। ਸਿੱਖ ਵਿਦਵਾਨਾਂ ਅਤੇ ਸਿੱਖ ਸੰਗੀਤਕਾਰਾਂ ਰਾਹੀਂ ਇਸ ਦਾ ਅਧਿਐਨ ਕਰਨ ਸੰਬੰਧੀ ਇਸ ਤੋਂ ਬਾਅਦ ਜੋ ਨੈਕਸਟ ਸਟੈਪ ਹੋਇਆ ਤਾਂ ਇਸ ਦੇ ਬਾਕੀ ਦੇ ਜੋ ਸਿਧਾਂਤ ਹਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਤਾਂ ਇਸ ਨੂੰ ਅਕਾਦਮਿਕ ਪੱਧਰ 'ਤੇ ਇਸ ਨੂੰ ਵਿਸ਼ੇ ਵਜੋਂ ਅਪਣਾਇਆ ਗਿਆ। ਤਾਂ 1997 ਦੇ ਵਿੱਚ ਡਾਕਟਰ ਗੁਰਨਾਮ ਸਿੰਘ ਜੀ ਦੇ ਉੱਦਮ ਸਦਕਾ ਪੰਜਾਬੀ ਯੂਨੀਵਰਸਿਟੀ ਵਿੱਚ ਇਸ ਨੂੰ ਵਿਸ਼ੇ ਵਜੋਂ ਵਿਚਾਰਿਆ ਗਿਆ ਅਤੇ ਗੁਰਮਤਿ ਸੰਗੀਤ ਚੇਅਰ ਦੇ ਸਹਿਯੋਗ ਨਾਲ ਡਿਪਲੋਮਾ ਇਨ ਗੁਰਮਤਿ ਸੰਗੀਤ ਆਰੰਭ ਕਰਕੇ 2006 ਤੋਂ BA MA PhD ਦੀਆਂ ਜੋ ਕਲਾਸਾਂ ਹੈ ਉਹ ਚੱਲ ਰਹੀਆਂ ਹਨ ਅਤੇ ਉਸ ਦੇ ਵਿੱਚ ਜੋ ਗੁਰਮਤਿ ਸੰਗੀਤ ਹੈ, ਔਰ ਇਹੀ ਨਹੀਂ ਜੋ ਪੰਜਾਬੀ ਯੂਨੀਵਰਸਿਟੀ ਦੇ ਸਾਰੇ ਹੀ ਕਾਲਜ ਹਨ ਉਹਨਾਂ ਦੇ ਵਿੱਚ 94ਵੇਂ ਵਿਸ਼ੇ ਵਜੋਂ ਗੁਰਮਤਿ ਸੰਗੀਤ ਦਾ ਵਿਸ਼ਾ ਰੱਖਿਆ ਗਿਆ ਹੈ। ਹੁਣ ਜੇ ਅਕਾਦਮਿਕ ਦੇ ਘੇਰੇ ਦੇ ਵਿੱਚ ਗੁਰੂ ਸਾਹਿਬ ਦੀ ਵਰੋਸਾਈ ਇਸ ਸ਼ਬਦ ਕੀਰਤਨ ਪਰੰਪਰਾ ਨੂੰ ਵਿਸ਼ੇ ਵਜੋਂ ਜੇ ਅਸੀਂ ਜਾਣੀਏ, ਵੈਸੇ ਤਾਂ ਅਸੀਂ ਬਹੁਤ ਹੀ ਨਿਮਾਣੇ ਹਾਂ। ਗੁਰੂ ਘਰ ਦੀ ਗੱਲ ਕਰਦਿਆਂ ਹੀ ਸਾਨੂੰ ਲੱਗਦਾ ਕਿ ਸਾਡੇ ਤੋਂ ਜਾਣੇ ਜਾਂ ਅਣਜਾਣੇ ਵਿੱਚ ਕੋਈ ਗਲਤ ਨਾ ਹੋ ਜਾਏ, ਕੋਈ ਉਚਾਰਨ ਸ਼ੁੱਧ ਨਾ ਹੋ ਜਾਏ, ਕਿਸੇ ਦਾ ਹਿਰਦਾ ਅਸੀਂ ਦੁਖਾਏ ਨਾ। ਤਾਂ ਇਹ ਜੋ ਹੈ ਇਹ ਸਾਡੀ ਅਧਿਆਤਮਕਤਾ ਦੇ ਤੌਰ 'ਤੇ, ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡਾ ਧਾਰਮਿਕ ਗ੍ਰੰਥ ਹੈ, ਇੱਕ ਸੰਗੀਤਕ ਗ੍ਰੰਥ ਨਹੀਂ ਹੈ, ਪਰ ਉਹ ਧਾਰਮਿਕ ਗ੍ਰੰਥ ਕੀ ਹੈ? ਉਹ ਸਾਡਾ ਸ਼ਬਦ ਗੁਰੂ ਹੈ। ਔਰ ਸ਼ਬਦ ਗੁਰੂ ਤੋਂ ਅਸੀਂ ਆਪਣੇ ਸਾਰਾ ਜੁੜੋ ਜੀਵਨ ਦੀ ਜੋ ਜਾਂਚ ਹੈ, ਅਸੀਂ ਮਾਰਗ ਦਰਸ਼ਨ ਸਾਡੇ ਗੁਰੂ ਜੀ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰ ਰਹੇ ਹਾਂ। ਤਾਂ ਇਸ ਦਾ ਜੋ ਇਸ ਨੂੰ ਜੋ ਸੰਚਾਰ ਹੈ ਉਹ ਸੰਗੀਤ ਜੁਗਤ ਰਾਹੀਂ ਸਾਡੇ ਤੱਕ ਪਹੁੰਚ ਰਿਹਾ ਹੈ। ਤਾਂ ਇਸ ਤੋਂ ਪਰ ਜੇ ਇਸ ਨੂੰ ਸਪੋਜ਼ ਜੇ ਅਸੀਂ ਇੱਕ ਇਕੱਲੇ ਰਾਗ ਦੀ ਗੱਲ ਕਰੀਏ ਤਾਂ ਰਾਗ ਦਾ ਅਰਥ ਅਸੀਂ ਅਨੁਰਾਗ ਤੋਂ ਵੀ ਲੈਂਦੇ ਹਾਂ, ਪ੍ਰੇਮ ਤੋਂ ਵੀ ਲੈਂਦੇ ਹਾਂ, ਧੁਨ ਤੋਂ ਵੀ ਲੈਂਦੇ ਹਾਂ। ਅਤੇ ਜੇ ਅਸੀਂ ਸੰਗੀਤ ਸ਼ਾਸਤਰ ਦੇ ਮੁਤਾਬਿਕ ਲੈਂਦੇ ਹਾਂ ਤਾਂ ਅਸੀਂ ਰਾਗ ਦਾ ਅਰਥ ਲੈਂਦੇ ਹਾਂ ਉਹ ਧਵਨੀ ਜੋ ਕੰਨਾਂ ਨੂੰ ਮਧੁਰ ਲੱਗੇ, ਉਸ ਨੂੰ ਜਿਹੜੇ ਵਿਦਵਾਨ ਲੋਕ ਹੈ ਉਸ ਨੂੰ ਰਾਗ ਕਹਿੰਦੇ ਹਨ। ਪਰ ਜੇ ਅਸੀਂ ਗੁਰਬਾਣੀ ਦੇ ਪੱਖੋਂ ਦੇਖੀਏ, ਕਿਉਂਕਿ ਗੁਰਬਾਣੀ ਦੇ ਵਿੱਚ ਸੰਗੀਤ ਦੇ ਨਾਲ ਸੰਬੰਧੀ ਬਹੁਤ ਸਾਰੇ ਸਿਰਲੇਖ ਹਨ, ਸੰਕੇਤ ਹਨ, ਉਸ ਦਾ ਇੱਕ ਵਿਧਾਨ ਹੈ, ਉਸ ਦੀ ਬਣਤਰ ਹੈ, ਜੋ ਕਿ ਇੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਧਿਐਨ ਤੋਂ ਇਹ ਸਾਰੀਆਂ ਚੀਜ਼ਾਂ ਦ੍ਰਿਸ਼ਟੀਗੋਚਰ ਹੋਈਆਂ ਹਨ, ਜਿਹੜੀਆਂ ਕਿ ਸਾਡੀਆਂ ਸ਼ਾਇਦ ਕੁਝ ਅਣਗਹਿਲੀ ਕਰਕੇ ਇਹ ਚੀਜ਼ਾਂ ਸਾਡੇ ਅੱਖੋਂ ਪਰੋਖੋਂ ਹੋ ਗਈਆਂ ਸਨ, ਜਾਂ ਅਸੀਂ ਸ਼ਾਇਦ ਇਹਨਾਂ 'ਤੇ ਜ਼ਿਆਦਾ ਧਿਆਨ ਨਹੀਂ ਦਿੱਤਾ ਸੀ। ਤਾਂ ਜੇ ਅਸੀਂ ਇਸ ਨੂੰ ਧੰਨ ਸੋ ਰਾਗ ਸੁਰੰਗੜੇ ਅਲਾਪਤ ਸਭ ਤਿਖ ਜਾਏ, ਤਾਂ ਜੇ ਇਸ ਨੂੰ ਰਾਗ ਨੂੰ ਇੱਕ ਸੰਗੀਤ ਦਾ ਰਾਗ ਨਾ ਮੰਨਦੇ ਹੋਏ ਇੱਕ ਧੁਨ ਹੀ ਸਮਝ ਲਈਏ ਕਿ ਧੰਨ ਸੋ ਰਾਗ ਸੁਰੰਗੜੇ ਅਲਾਪਿਤ ਸਭ ਤਿਖ ਜਾਏ, ਕਿ ਉਹ ਧੁਨ ਉਹ ਧੰਨ ਹੈ ਜਿਸ ਦੇ ਨਾਲ ਜਿਸ ਨੂੰ ਅਲਾਪਨ ਨਾਲ ਸਾਡੀਆਂ ਸਾਰੀਆਂ ਤ੍ਰਿਸ਼ਨਾਵਾਂ ਦੂਰ ਹੋ ਜਾਂਦੀਆਂ ਹਨ, ਖਤਮ ਹੋ ਜਾਂਦੀਆਂ ਹਨ, ਉਹ ਧੁਨ ਹੈ। ਅਤੇ ਜੇ ਇਹਦੇ ਵਿੱਚ ਇਹ ਜਿਹੜਾ ਕਨਸੈਪਟ ਹੈ ਕਿ ਅਸੀਂ ਰਾਗ ਬੱਧ ਕਰਨਾ ਹੈ, ਉਹ ਨਹੀਂ ਆਉਂਦਾ ਸ਼ਾਇਦ। ਤਾਂ ਕਿਉਂਕਿ ਰਾਗ ਦੇ ਬਹੁ ਪੱਖੀ ਕਾਫੀ ਬਹੁਪਰਤੀ ਇਸ ਦਾ ਜਿਹੜੀ ਹੈਗੀਆਂ ਦਿਸ਼ਾਵਾਂ ਦੇ ਵਿੱਚ ਜਿਹੜਾ ਹੈ ਰਾਗ ਦਾ ਕਨਸੈਪਟ ਵਿੱਚ ਹੈ। ਲੇਕਿਨ ਰਾਗ ਨਾਦ ਸਭ ਸੱਚ ਹੈ, ਕੀਮਤ ਕਹੀ ਨਾ ਜਾਏ, ਇਹ ਰਾਗ 'ਤੇ ਪ੍ਰਤੱਖ ਹੋ ਰਿਹਾ ਹੈ। ਲੇਕਿਨ ਜਦੋਂ ਕਿ ਸਾਡਾ ਇਹ ਅਧਿਆਤਮਕ ਤੌਰ 'ਤੇ ਇਹ ਗੱਲ ਹੋਰ ਹੋ ਜਾਂਦੀ ਹੈ, ਲੇਕਿਨ ਜਦੋਂ ਅਸੀਂ ਇਸ ਨੂੰ ਇੱਕ ਅਕਾਦਮਿਕ ਤੌਰ 'ਤੇ ਅਕੈਡਮਿਕ ਘੇਰੇ ਦੇ ਵਿੱਚ ਇਸ ਨੂੰ ਇੱਕ ਵਿਸ਼ੇ ਵਜੋਂ ਜਦੋਂ ਅਸੀਂ ਇਸ ਦੀ ਗੱਲ ਕਰਦੇ ਹਾਂ, ਤਾਂ ਗੁਰੂ ਘਰ ਦੀ ਵਰੋਸਾਈ ਇਸ ਸ਼ਬਦ ਕੀਰਤਨ ਪਰੰਪਰਾ ਨੂੰ ਵਿਸ਼ੇ ਵਜੋਂ ਇਸ ਦੇ ਸਭ ਤੋਂ ਪਹਿਲਾਂ ਨਾਂ ਦੇ ਨਾਲ ਇਸ ਦੀ ਸਿੱਖਿਆ ਪ੍ਰਣਾਲੀ, ਇਸ ਦੇ ਅਧਿਆਪਕ ਕਾਰਜ, ਕਲਾਸਾਂ ਦੇ ਸਿਲੇਬਸ, ਅਧਿਆਪਨ ਕਾਰਜ ਵਿਧੀ ਵੱਲ ਧਿਆਨ ਦਿੰਦੇ ਹਾਂ। ਗੁਰਮਤਿ ਸੰਗੀਤ ਨੂੰ ਵਿਸ਼ੇ ਵਜੋਂ ਲਾਗੂ ਕਰਨ ਤੋਂ ਪਹਿਲਾਂ ਇਸ ਦਾ ਨਾਮ ਅਸੀਂ ਸ਼ਬਦ ਕੀਰਤਨ, ਗੁਰਬਾਣੀ ਕੀਰਤਨ, ਗੁਰਬਾਣੀ ਗਾਇਨ ਇਸ ਤਰ੍ਹਾਂ ਜਾਂ ਸਿੱਖ ਸੰਗੀਤ ਦੇ ਨਾਲ ਵੀ ਜਾਣਿਆ ਜਾਂਦਾ ਸੀ। ਕਿਉਂ ਜਾਣਿਆ ਜਾਂਦਾ ਸੀ? ਕਿਉਂਕਿ ਗੁਰਬਾਣੀ ਗਾਵੋ, ਤਾਂ ਇਹ ਜਿਹੜੇ ਹੈ ਸਿਰਲੇਖ ਇਹ ਸਾਡੇ ਸ਼ਬਦਾਂ ਦੇ ਵਿੱਚ ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦੇ ਹਨ। ਤਾਂ ਇਹਨਾਂ ਤੋਂ ਕਿ ਗੁਰਬਾਣੀ ਨੂੰ ਗਾਣਾ ਗੁਰਬਾਣੀ ਸੰਗੀਤ। ਲੇਕਿਨ ਅਤੇ ਜੇ ਸਿੱਖ ਸੰਗੀਤ ਦੀ ਅਸੀਂ ਗੱਲ ਕਰੀਏ ਤਾਂ ਗੁਰਬਾਣੀ ਸੰਗੀਤ ਨੂੰ ਜੇ ਗੁਰਬਾਣੀ ਨੂੰ ਗਾਣਾ ਹੈ ਤਾਂ ਗੁਰਬਾਣੀ ਦੀ ਕੋਈ ਵੀ ਤੁਕ ਕਿਸੇ ਵੀ ਅਸੀਂ ਸ਼ਾਸਤਰ ਪੱਖੋਂ ਕਿਸੇ ਤਰ੍ਹਾਂ ਵੀ ਉਸ ਨੂੰ ਗਾ ਸਕਦੇ ਹਾਂ। ਉਸ ਦਾ ਕੋਈ ਪੱਕਾ ਕੋਈ ਸ਼ਾਸਤਰ ਨਹੀਂ ਹੈ ਕਿ ਇਸ ਤੁਕ ਨੂੰ ਅਸੀਂ ਇਸੇ ਤਰ੍ਹਾਂ ਹੀ ਗਾਉਣਾ ਹੈ। ਲੇਕਿਨ ਜੇ ਅਸੀਂ ਉਸੇ ਗੁਰਬਾਣੀ ਸੰਗੀਤ ਨੂੰ ਜਾਂ ਕਹਿ ਲਈਏ ਕਿ ਇੱਕ ਸ਼ਾਸਤਰ ਦੇ ਮੁਤਾਬਿਕ, ਜਿਵੇਂ ਇੱਕ ਸ਼ਬਦ ਅਸੀਂ ਉਸਦੇ ਜੇ ਇੱਕ ਫਾਰਮੈਟ ਲਈਏ
ਕਿ ਅਸੀਂ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਸੰਗੀਤ ਦਾ ਇੱਕ ਵਿਧਾਨ ਦੇਖਣਾ ਹੈ ਤਾਂ ਉਹ ਕਿਵੇਂ ਦੇਖਾਂਗੇ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੂਲ ਇਕਾਈ ਸ਼ਬਦ ਹੈ। ਇੱਕ ਸ਼ਬਦ ਨੂੰ ਲੈ ਕੇ ਹੀ ਜੇ ਅਸੀਂ ਉਸ ਦਾ ਅਧਿਐਨ ਕਰੀਏ ਤਾਂ ਸਾਨੂੰ ਲੱਗਦਾ ਹੈ ਕਿ ਜੋ ਸ਼ਬਦ ਦੇ ਉੱਤੇ ਉਸਦਾ ਫਾਰਮੈਟ ਹੈ, ਰਾਗ ਹੈ, ਉਸਦਾ ਸਿਰਲੇਖ ਹੈ, ਉਸਦੀ ਗਾਇਨ ਸ਼ੈਲੀ ਉਲੇਖਿਤ ਹੈ। ਫਿਰ ਉਸ ਨੂੰ ਗਾਉਂਦੇ ਹੋਏ ਰਹਾਉ ਦੀ ਤੁਕ ਆਉਂਦੀ ਹੈ, ਉਸ ਦੇ ਵਿੱਚ ਅੰਕ ਆਉਂਦੇ ਹਨ। ਜੇ ਉਸ ਦੇ ਅਨੁਸਾਰੀ ਹੋ ਕੇ ਅਸੀਂ ਗਾਉਂਦੇ ਹਾਂ ਤਾਂ ਦੈਟ ਮੀਨਸ ਇਹ ਹੈ ਕਿ ਗੁਰੂ ਦੇ ਸਿਧਾਂਤ ਦੇ ਅਨੁਸਾਰ ਅਸੀਂ ਉਸ ਸ਼ਬਦ ਨੂੰ ਗਾ ਰਹੇ ਹਾਂ, ਗੁਰੂ ਦੀ ਮੱਤ ਦੇ ਅਨੁਸਾਰ ਉਸ ਸ਼ਬਦ ਨੂੰ ਗਾ ਰਹੇ ਹਾਂ। ਗੁਰੂ ਦੀ ਮੱਤ ਅਨੁਸਾਰ, ਗੁਰੂ ਦੇ ਸਿਧਾਂਤ ਦੇ ਅਨੁਸਾਰ ਜੋ ਉਹ ਬੰਤਰ ਹੋਈ ਹੈ ਅਸੀਂ ਉਸ ਦੇ ਮੁਤਾਬਿਕ ਗਾ ਰਹੇ ਹਾਂ। ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਵੀ ਸਿਰਲੇਖਿਤ ਰੂਪ ਵਿੱਚ ਜਾਂ ਉਲੇਖਿਤ ਹੈ ਅਸੀਂ ਉਸ ਨੂੰ ਇੱਕ ਉਹ ਸਾਡੇ ਵਾਸਤੇ ਆਦੇਸ਼ਿਤ ਨੇ ਕਿ ਇਸ ਨੂੰ ਇਸੇ ਤਰ੍ਹਾਂ ਹੀ ਗਾਇਆ ਜਾਵੇ। ਤਾਂ ਉਸ ਦੇ ਹਿਸਾਬ ਦੇ ਨਾਲ ਪਰੰਤੂ ਸਿਧਾਂਤਿਕ ਪੱਖ ਨਾਲ ਵਿਚਾਰਦੇ ਹੋਏ ਅਸੀਂ ਇਹ ਫੈਸਲਾ ਹੋਇਆ ਕਿ ਗੁਰਬਾਣੀ ਨੂੰ ਗਾਇਨ ਕਰਨ ਦੀ ਇੱਕ ਨਿਸ਼ਚਿਤ ਸੰਗੀਤਕ ਵਿਧੀ ਵਿਧਾਨ ਅਨੁਸਾਰ ਜੋ ਗੁਰੂ ਸਾਹਿਬਾਨਾਂ ਦੁਆਰਾ ਸਿਰਜਿਆ ਗਿਆ ਹੈ ਉਸ ਅਨੁਸਾਰੀ ਸ਼ਬਦ ਗਾਉਣ ਦੀ ਵਿਧੀ ਗੁਰਮਤਿ ਸੰਗੀਤ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੂਲ ਇਕਾਈ ਸ਼ਬਦ ਦੇ ਸੰਗੀਤਕ ਅਤੇ ਕਾਵਿਕ ਫਾਰਮੈਟ ਦਾ ਆਧਾਰ ਬਣਾ ਕੇ ਇਹ ਗੁਰਮਤਿ ਸੰਗੀਤ ਦੇ ਸਿਧਾਂਤ ਦ੍ਰਿਸ਼ਟੀਗੋਚਰ ਹੁੰਦੇ ਹਨ। ਰਾਗ ਹੈ, ਗਾਇਨ ਸ਼ੈਲੀਆਂ ਹੈ, ਅੰਕ ਹੈ, ਇਹ ਸਭ। ਰਾਗ ਭਾਰਤੀ ਸੰਗੀਤ ਅਤੇ ਗੁਰਮਤਿ ਸੰਗੀਤ ਦਾ ਜਿਵੇਂ ਕਿ ਇਹ ਚੀਜ਼ਾਂ ਜਦੋਂ ਅਸੀਂ ਸਿਧਾਂਤਿਕ ਪੱਖ ਅਤੇ ਵਿਸ਼ੇ ਵਜੋਂ ਜਦੋਂ ਇਸ ਦਾ ਅਧਿਐਨ ਕਰਨਾ ਸ਼ੁਰੂ ਕੀਤਾ ਤਾਂ ਇਹ ਸਾਡੇ ਸਾਹਮਣੇ ਆਈਆਂ। ਤਾਂ ਅਸੀਂ ਇੱਕ ਇੱਕ ਚੀਜ਼ ਨੂੰ ਉਸ ਦਾ ਅਧਿਐਨ ਕਰਨਾ ਸ਼ੁਰੂ ਕੀਤਾ, ਉਸ ਦੇ ਖੋਜ ਵਿਧੀ ਲੱਭੀ, ਉਸ ਨੂੰ ਇੱਕ ਪ੍ਰੋਪਰ ਰਿਸਰਚ ਮੈਥਡੋਲੋਜੀ ਦੇ ਬੇਸ 'ਤੇ ਉਸ ਦਾ ਜਦੋਂ ਗਹਿਰਾ ਅਧਿਐਨ ਕੀਤਾ ਤਾਂ ਕਈ ਤੱਥ ਸਾਡੇ ਸਾਹਮਣੇ ਆਏ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਸ਼ਬਦ ਦੇ ਵਿੱਚ ਜੋ ਰਹਾਉ ਦੀ ਤੁਕ ਦੇ ਅਨੁਸਾਰ ਸ਼ਬਦ ਨੂੰ ਗਾਉਣਾ ਹੈ, ਆਪਲੀ ਪੰਥ ਜਾਂਦੇ ਹੈ। ਔਰ ਉਸ ਦੇ ਵਿੱਚ ਆਏ ਜਿਹੜੇ ਅੰਕ ਨੇ ਉਹ ਸਾਨੂੰ ਉਹ ਅੰਤਰਿਆਂ ਦੀ ਵੰਡ ਕਰਦੇ ਹਨ। ਅੰਕ ਤੋਂ ਜਿਹੜਾ ਹੈਗਾ ਸ਼ਬਦ ਦਾ ਕਾਵ ਰੂਪ ਅਤੇ ਉਸ ਦਾ ਜੋ ਸੰਗੀਤ ਰੂਪ ਉਹ ਸਾਨੂੰ ਪਤਾ ਚੱਲਦਾ ਹੈ। ਰਾਗ ਦਾ ਅਸੀਂ ਅਧਿਐਨ ਕਰੀਏ ਜਦੋਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧਾਰਮਿਕ ਗ੍ਰੰਥ ਹੁੰਦੇ ਹੋਏ ਵੀ, ਲੇਕਿਨ ਜਦੋਂ ਸੰਗੀਤਕ ਦ੍ਰਿਸ਼ਟੀ ਦੇ ਨਾਲ ਅਸੀਂ ਉਸ ਨੂੰ ਦੇਖਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੌਲਿਕ ਰਾਗ ਵੀ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ੁੱਧ ਰਾਗ ਹਨ, ਛਾਇਆ ਲਗ ਰਾਗ ਹਨ ਜਿਹੜੇ ਕਿ ਦੋ ਰਾਗਾਂ ਦੀ ਮਿਲਤ ਤੋਂ ਬਣੇ ਹਨ, ਸੰਕੀਰਨ ਰਾਗ ਵੀ ਹਨ। ਪਰੰਤੂ ਇਹਨਾਂ ਸਾਰਿਆਂ ਦਾ ਉਲੇਖ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਧਿਆਤਮਕ ਤੌਰ 'ਤੇ ਹੋਇਆ ਹੈ, ਪਰੰਤੂ ਸੰਗੀਤਕ ਤੌਰ 'ਤੇ ਇਹ ਸਿਰਫ ਉਲੇਖਿਤ ਹਨ। ਇਸੇ ਤਰ੍ਹਾਂ ਗਾਇਨ ਸ਼ੈਲੀਆਂ ਨੂੰ ਵਾਚਿਆ ਗਿਆ ਅਤੇ ਇਹਨਾਂ ਵਿੱਚੋਂ ਕਈ ਸ਼ਾਸਤਰੀ ਸੰਗੀਤ ਦੀਆਂ ਗਾਇਨ ਸ਼ੈਲੀਆਂ ਆਈਆਂ, ਕਾਵ ਰੂਪ ਗਾਇਨ ਜਿਹੜੇ ਸ਼ਾਸਤਰੀ ਆਏ ਅਤੇ ਲੋਕ ਸੰਗੀਤ 'ਤੇ ਵੀ ਆਧਾਰਿਤ ਆਏ। ਇਸ ਤੋਂ ਇਲਾਵਾ ਸ਼ਾਸਤਰੀ ਜਾਂ ਲੋਕ ਸੰਗੀਤ ਵਿੱਚ ਇਹਨਾਂ ਗਾਇਨ ਸ਼ੈਲੀਆਂ ਦਾ ਅਧਿਐਨ ਕਰਕੇ ਇਹ ਸਿਧਾਂਤ ਸਾਹਮਣੇ ਆਏ ਕਿ ਸਿਰਲੇਖਿਤ ਗਾਇਨ ਸ਼ੈਲੀਆਂ 'ਤੇ ਆਧਾਰਿਤ ਹੀ ਗਾਇਨ ਦੇ ਅੰਗ ਅਨੁਸਾਰ ਸ਼ਬਦ ਨੂੰ ਗਾਇਆ ਜਾਂਦਾ ਹੈ, ਕਿਉਂਕਿ ਗੁਰਮਤਿ ਸੰਗੀਤ ਸ਼ਬਦ ਪ੍ਰਧਾਨ ਹੈ। ਗੁਰਮਤਿ ਸੰਗੀਤ ਦੇ ਇਹਨਾਂ ਤੱਤਾਂ ਦੇ ਪ੍ਰਯੋਗ ਕਾਰਨ ਹੀ ਇਹ ਪਰੰਪਰਾ ਸ਼ਾਸਤਰੀ ਸੰਗੀਤ ਤੋਂ, ਲੋਕ ਸੰਗੀਤ ਅਤੇ ਹੋਰ ਪਰੰਪਰਾਵਾਂ ਤੋਂ ਵਿਲੱਖਣ ਹੋ ਜਾਂਦੀ ਹੈ। ਇਹੀ ਨਹੀਂ, ਸ਼ਬਦ ਵਿੱਚ ਹੋਰ ਆਏ ਸੰਗੀਤਕ ਸੰਕੇਤ ਵੀ ਦ੍ਰਿਸ਼ਟੀਗੋਚਰ ਹੁੰਦੇ ਹਨ। ਅਤੇ ਸਮੇਂ ਦਾ ਧਿਆਨ ਰੱਖਦੇ ਹੋਏ ਮੈਂ ਲਾਸਟ ਆਪਣੇ ਸਮਰੱਥਾਵਾਂ ਬਾਰੇ ਇਹ ਦੱਸ ਸਕਦੀ ਹਾਂ। ਮੇਰੇ ਤੋਂ ਪਹਿਲਾਂ ਸਿੱਖ ਯੂਨੀਵਰਸਿਟੀ ਦੇ ਹਰਪ੍ਰੀਤ ਸਿੰਘ ਜੀ ਨੇ ਇੱਕ ਸੁਝਾਅ ਦਿੱਤਾ ਸੀ ਕਿ ਜੇ ਅਸੀਂ ਸੰਭਾਵਨਾਵਾਂ ਹੀ ਕਰਨੀਆਂ ਹਨ ਤਾਂ ਅਜੋਕੇ ਸਮੇਂ ਦੇ ਵਿੱਚ ਜੋ ਸਾਡੇ ਉੱਘੇ ਵਿਦਵਾਨ ਹਨ ਤਾਂ ਉਹਨਾਂ ਦੀਆਂ ਰਚਨਾਵਾਂ ਨੂੰ ਸੰਭਾਲਿਆ ਜਾਵੇ। ਤਾਂ ਮੈਂ ਆਪ ਜੀ ਦੀ ਜਾਣਕਾਰੀ ਹਿੱਤ ਦੱਸਣਾ ਚਾਹੂੰਗੀ ਕਿ ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦੇ ਵਿੱਚ ਸੰਤ ਬਾਬਾ ਸੁੱਚਾ ਸਿੰਘ ਆਰਕਾਈਵਲਸ ਹੈ। ਉਸ ਦੇ ਵਿੱਚ ਅਸੀਂ ਜੋ ਸਾਡਾ ਪੁਰਾਤਨ ਕੀਰਤਨ ਹੈ ਉਹ 2200 ਘੰਟਿਆਂ ਦਾ ਹੈ, ਰਿਕਾਰਡ ਕੀਤਾ ਹੋਇਆ ਹੈ, ਜੋ ਕਿ ਖੋਜਾਰਥੀਆਂ ਅਤੇ ਵਿਦਿਆਰਥੀਆਂ ਵਾਸਤੇ ਹੈ। ਇਸ ਤੋਂ ਇਲਾਵਾ ਜੋ ਸਾਡੇ ਪੁਰਾਤਨ ਕੀਰਤਨਕਾਰ ਹਨ, ਜਿਸ ਤਰ੍ਹਾਂ ਹੁਣੇ ਹੀ ਅਸੀਂ ਪਿਛਲੇ ਹਫ਼ਤੇ ਭਾਈ ਬਲਬੀਰ ਸਿੰਘ ਜੀ ਦੀ ਆਰਕਾਈਵਲ ਇੰਟਰਵਿਊਜ਼ ਲਈ, ਪ੍ਰੋਫੈਸਰ ਕਰਤਾਰ ਸਿੰਘ ਜੀ ਦੀ ਆਰਕਾਈਵਲ ਇੰਟਰਵਿਊਜ਼, ਉਹਨਾਂ ਦੀਆਂ ਬੰਦਿਸ਼ਾਂ, ਉਹਨਾਂ ਦਾ ਕੀਰਤਨ, ਉਹ ਸਾਰਾ ਹੀ ਰਿਕਾਰਡ ਕੀਤਾ ਹੋਇਆ। ਅਤੇ ਗੁਰਮਤਿ ਸੰਗੀਤ ਦੀਆਂ ਇਹਨਾਂ ਰਚਨਾਵਾਂ ਨੂੰ ਸਾਡੇ ਜੋ ਪ੍ਰਮੁੱਖ ਸਾਡੇ ਸਤਿਕਾਰਯੋਗ ਹਸਤੀਆਂ ਨੇ ਉਹਨਾਂ ਦੀਆਂ ਵੀ ਜੋ ਰਚਨਾਵਾਂ ਹਨ ਉਹਨਾਂ ਨੂੰ ਸਾਂਭ ਸੰਭਾਲਣ ਦਾ ਕੰਮ ਅਸੀਂ ਕਰ ਰਹੇ ਹਾਂ। ਗੁਰਮਤਿ ਸੰਗੀਤ ਦੀ ਸਿਧਾਂਤਿਕਤਾ ਦੇ ਪ੍ਰਚਾਰ ਪ੍ਰਸਾਰ ਵਿੱਚ ਅਕਾਦਮਿਕ ਪੱਧਰ 'ਤੇ ਬਹੁਤ ਹੀ ਇਸ ਤਰ੍ਹਾਂ ਦੇ ਸ਼ਲਾਘਾਯੋਗ ਕਾਰਜ ਹੋਏ ਹਨ। ਜੇਕਰ ਇਹਨਾਂ ਸਿਧਾਂਤਾਂ ਦੀ ਪਾਲਣਾ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਦੁਆਰਾ
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਟਕਸਾਲੀ ਕੀਰਤਨਕਾਰਾਂ ਆਪਣੀਆਂ ਕੀਰਤਨ ਪ੍ਰਸਤੁਤੀਆਂ ਵਿੱਚ ਕਰਨ ਤਾਂ ਬਾਣੀ ਦਾ ਮੌਲਿਕ ਸੰਦੇਸ਼ ਸੰਗਤਾਂ ਤੱਕ ਪਹੁੰਚੇਗਾ ਅਤੇ ਸ਼ਬਦ ਕੀਰਤਨ ਕੇਵਲ ਰਸਮ ਵਜੋਂ ਨਹੀਂ ਸਗੋਂ ਸਾਡੇ ਜੀਵਨ ਦੀ ਅਗਵਾਈ ਕਰਨ ਦੇ ਸਮਰੱਥ ਹੋਵੇਗਾ। ਅਸੀਂ ਆਪਸੀ ਭਾਈਚਾਰੇ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰ ਸਕਾਂਗੇ ਅਤੇ ਯੂਨੀਵਰਸਿਟੀ ਵਰਗੇ ਅਕਾਦਮਿਕ ਅਦਾਰੇ ਅਤੇ ਕੀਰਤਨ ਪਰੰਪਰਾ ਨਾਲ ਜੁੜੀ ਜਵੱਦੀ ਟਕਸਾਲ ਦੇ ਸੁਮੇਧ ਅਤੇ ਸਾਂਝੇ ਯਤਨਾਂ ਸਦਕਾ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਗੁਰਮਤ ਸੰਗੀਤ ਦੇ ਸ਼ੁੱਧ ਅਤੇ ਮੌਲਿਕ ਸਰੂਪ ਦੇ ਪ੍ਰਚਾਰ ਪ੍ਰਸਾਰ ਦੇ ਸਮਰੱਥ ਹੋ ਸਕਾਂਗੇ। ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਖੇਮਾਂ ਦੀ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।